जी जट्टा एजेंट्स है ना कणक 1800 है 1900 भी बिकती है किसी ने 1000 रुपये नहीं लेनी। पट्टी मेज करती जमा मंडीकरण तोड़ के सत्यानाश करता है। ये 4-5 घराणिਆਂ ਨੂੰ सारा कुछ देना चाहता है मोदी। इस तो बाद कोई गल ही नहीं हो। जमीन इन्होंने को रहने दे लाख रुपये किले पैसे देने इन्होंने दें ठेका बीजन जो मर्जी लुट्टन तो पे लोग। मैं कहना जे चादरा विछा देना रफला लैके 4 स्टैंड करना लोगों को ढेरी कर दो इतने पैसे या सोना ढेरी कर दो लोग कर जान वो काम चंगा है। इस काम नाल ਇਹਦੇ ਵਿੱਚ ਮੰਡੀਕਰਨ ਸਾਡਾ ਖਤਮ ਹੋ ਜਾਊਗਾ। ਇਸ ਤੋਂ ਬਾਅਦ ਆੜਤੀਆ ਸਿਸਟਮ ਖਤਮ ਕਰ ਦੇਣਾ। ਜੱਟਾਂ ਦੇ ਕਿਸਾਨਾਂ ਦੇ ਸਾਥੀ ਹੋਈ ਆੜਤੀਏ ਨੇ। ਆੜਤੀਆਂ ਤੋਂ ਅਸੀਂ ਕਰਜ਼ਾ ਲੈਂਦੇ ਆ ਰੋਜ਼ ਦੀ ਦਾਲ ਰੋਟੀ ਸਾਡੀ ਉਹਨਾਂ ਨਾਲ ਚੱਲਦੀ ਆ। ਬਾਣੀਆਂ ਕਰ ਦੂ ਜਿਹਦੇ ਕੋਲ 2000 ਦਾ ਸੌਦਾ ਦੁਕਾਨ 'ਚ ਉਹਦਾ ਕੁੜੀ ਦਾ ਰਿਸ਼ਤਾ ਕਰ ਜੂਗਾ ਵੀ ਆਟੇ 'ਚ ਆਟਾ ਦੇਊ ਘਰੇ ਕੁੜੀ ਨੂੰ। ਜੱਟ ਕਹਿੰਦਾ ਇਹ ਕੋ 2.5 ਕਿੱਲੇ ਜ਼ਮੀਨ ਹੈ ਮੈਂ ਰਿਸ਼ਤਾ ਕਿਉਂ ਕਰਾਂ ਕਰਦੇ ਹੀ ਨਹੀਂ ਹੋ। ਜੱਟ ਹੀ ਮਰਦਾ ਜੇ 2 ਲੱਖ ਜੱਟ ਨੇ ਦੇਣਾ ਹੋਵੇ ਨਾ ਫਾਹਾ ਲੈ ਕੇ ਜੱਟ ਹੀ ਮਰਦਾ ਕੋਈ ਬਾਣੀਆ ਮਰੇ। ਮੈਂ 8 ਕਰੋੜ ਦੇਣਾ ਸੀ ਮੈਂ ਤਾਂ ਮਰਿਆ ਨਹੀਂ। ਮੈਂ ਬਾਣੀਆ ਸਰਕਾਰ ਨਾਲ ਕੇਸ ਲੜਿਆ। ਕਣਕ ਜਾਂ ਝੋਨੇ ਨੂੰ ਹੁਣ ਵੇਚਣ ਕਿੱਥੇ ਜਾਵਾਂਗੇ ਅਸੀਂ ਟਰਾਲੀਆਂ ਦੇ ਵਿੱਚ ਪਾ ਕੇ ਹੋਕੇ ਦਵਾਂਗੇ ਭਾਈ ਕਣਕ ਲੈ ਲਓ ਝੋਨਾ ਲੈ ਲਓ ਸਾਤੋਂ। ਰਾਸ਼ਟਰਪਤੀ ਦੀ ਗੱਲ ਕਰਦੇ ਆ ਸਰ ਉਹ ਤਾਂ ਜਦੋਂ ਮੋਦੀ ਸਾਹਿਬ ਖੜੇ ਹੁੰਦੇ ਉਹਨਾਂ ਦੇ ਪੈਰੀਂ ਹੱਥ ਲਾ ਦਿੰਦੇ ਉਹ ਰਾਸ਼ਟਰਪਤੀ ਤੋਂ ਕੀ ਆਸ ਕਰਾਂਗੇ ਅਸੀਂ। ਖੇਤੀ ਆਰਡੀਨੈਂਸਾਂ ਦੇ ਉੱਤੇ ਪੂਰੇ ਪੰਜਾਬ ਦੀ ਨਬਜ਼ ਜਾਣਨ ਵਾਸਤੇ ਪਿੰਡ-ਪਿੰਡ ਜਾਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਲੁਧਿਆਣੇ ਦਾ ਦਿਲ ਕਹੇ ਜਾਂਦੇ ਪਿੰਡ ਥਰੀਕੇ ਤੋਂ ਕਰਦੇ ਹਾਂ। ਥਰੀਕੇ ਪਹੁੰਚੇ ਹਾਂ ਔਰ ਗੱਲਬਾਤ ਕਰਦੇ ਹਾਂ ਕਿਉਂਕਿ ਇਸ ਪਿੰਡ ਦਾ ਵੀ ਇਤਿਹਾਸ ਹੈ। ਇੱਥੋਂ ਦੇ ਲੋਕਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਜਾਂਦੀ ਹੈ। ਬਾਪੂ ਦੇਵ ਥਰੀਕਿਆਂ ਵਾਲਿਆਂ ਦਾ ਵੀ ਵੱਡਾ ਨਾਂ ਹੈ। ਕਦੇ ਇੱਥੇ ਵੱਡੇ ਸਿੰਗਰ ਕੁਲਦੀਪ ਮਾਨਕ ਵਰਗੇ ਵੀ ਰਿਹਾ ਕਰਦੇ ਸੀਗੇ ਤੇ ਪਿੰਡ ਦੇ ਪੁਰਾਣੇ ਜਿਹੜੇ ਇਹ ਦਰਖਤ ਨੇ ਇਹ ਗਵਾਹ ਨੇ ਔਰ ਇਹ ਇਤਿਹਾਸ ਬਣਾਉਂਦੇ ਆਏ ਹੈ। ਤਾਂ ਬਹੁਤ ਜ਼ਰੂਰੀ ਹੈ ਕਿ ਜਦੋਂ ਮੁਲਕ ਦੀ ਤਕਦੀਰ ਦਾ ਫੈਸਲਾ ਹੋ ਰਿਹਾ ਹੈ ਇਸ ਕਿਸਾਨ ਦੀ ਤਕਦੀਰ ਦਾ ਫੈਸਲਾ ਹੋ ਰਿਹਾ ਹੈ ਤਾਂ ਗੱਲ ਪਿੰਡਾਂ 'ਚੋਂ ਸ਼ੁਰੂ ਹੋਣੀ ਚਾਹੀਦੀ ਹੈ। ਏਸੀ ਕਮਰਿਆਂ 'ਚ ਬਹਿ ਕੇ ਜਦੋਂ ਅਸੀਂ ਫੈਸਲੇ ਕਰ ਦਿੰਦੇ ਹਾਂ ਅਸੀਂ ਕਲਮਾਂ ਦੇ ਨਾਲ ਕਿਸਮਤ ਕਿਸਾਨ ਦੀ ਦਿੱਲੀ 'ਚ ਬਹਿ ਕੇ ਏਸੀ ਕਮਰਿਆਂ 'ਚ ਤੈਅ ਕਰਦੇ ਹਾਂ ਤਾਂ ਗਰਾਊਂਡ ਤੇ ਕੀ ਸੋਚਿਆ ਜਾਂਦਾ ਇਹਦੇ ਬਾਰੇ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਨਾਂ ਹੈ ਜੀ ਤੁਹਾਡਾ? ਰਾਜ ਕੁਮਾਰ ਗਰਗ। ਤੁਹਾਨੂੰ ਕੀ ਲੱਗਦਾ ਹੈ ਹੁਣ ਮੰਡੀਆਂ ਵੀ ਪ੍ਰਾਈਵੇਟ ਹੋ ਜਾਣਗੀਆਂ ਜ਼ਿਮੀਦਾਰ ਹਾਂਜੀ ਐਂ ਲੱਗਦਾ ਹੈ ਵੀ ਜਿਹੜੀ ਜੱਟਾਂ ਏਜੰਟਸ ਹੈ ਨਾ ਕਣਕ 1800 ਹੈ 1900 ਵੀ ਵਿਕਦੀ ਹੈ ਕਿਸੇ ਨੇ 1000 रुपये नहीं लेनी। 1000 ਵੀ ਨਹੀਂ ਲੈਣੀ। हाँ पट्टी मेज करती जमा मंडीकरण तोड़ के सत्यानाश करता इन्होंने। ਪ੍ਰਧਾਨ ਮੰਤਰੀ ਨੇ ਹਾਲਾਂਕਿ ਅੱਜ ਕਿਹਾ ਵੀ ਐਮਐਸਪੀ ਤਾਂ ਰਹੂਗੀ ਮੇਰੀ ਮੰਨ ਲਓ ਕਹਿੰਦੇ। कोई मनन की लोड़ नहीं मनन लोग मरनगे जट मरनगे। आ देखो की हाल है रोडों से रोड ब्लॉक कितने भी है ट्रैक्टर फूकिया कल की हाल होया दसो मोदी ने नहीं पता लगता सब पता लगता। ਉਹ ਕਹਿੰਦੇ ਵੀ ਗੁੰਮਰਾਹ ਕਰ ਰਹੇ ਲੋਕ ਬਹੁਤ ਵਧੀਆ ਕਹਿੰਦੇ ਇਹਦਾ 4-5 ਘਰਾਣਿਆਂ ਨੂੰ ਸਾਰਾ ਕੁਝ ਦੇਣਾ ਚਾਹੁੰਦਾ ਹੈ मोदी। इस तो बाद कोई गल ही नहीं हो। ਕਿਹੜੇ 4 ਘਰਾਣੇ? ਜਿਹੜੇ 4 ਘਰਾਣੇ ਤੁਹਾਨੂੰ ਕਿਹੜਾ ਪਤਾ ਨਹੀਂ ਰਿਲਾਇੰਸ ਵਾਲੇ ਹੋਰ ਕੌਣ ਨੇ ਅਡਾਨੀ ਅੰਬਾਨੀ ਵਰਗੇ ਬਾਕੀ ਸਭ ਨੂੰ ਨੰਗੇ ਕਰ ਦੂ। ਅੱਜ ਜਿਨ੍ਹਾਂ ਕੋਲ 10 ਕਿੱਲੇ ਜ਼ਮੀਨ ਹੈ ਉਹਨਾਂ ਨੂੰ ਕਹਿੰਦੇ ਦਿਹਾੜੀ ਕਰੋ ਸਾਡੇ ਕੋਲ ਆ ਕੇ ਦਿਹਾੜੀ ਕਰੋ ਜ਼ਮੀਨ ਸਾਨੂੰ ਫੜਾਓ ਜ਼ਮੀਨ ਫੜਾਓ ਆਪਦੀ ਮਰਜ਼ੀ ਨਾਲ ਵੇਚਣਗੇ ਆਪਦੀ ਮਰਜ਼ੀ ਨਾਲ ਬੀਜਣਗੇ। ਜੱਟ ਨੂੰ ਕੀ ਦੇਈ ਖੜੇ ਐ ਦੱਸ ਮੈਨੂੰ ਕੀ ਦੇਣਗੇ ਜੱਟ ਨੂੰ? ਸਟੋਰ ਕਰਕੇ ਉਹ ਕਹਿੰਦੇ ਸੀ ਵੀ ਅਸੀਂ 22 ਤੱਕ ਦੁੱਗਣੀ ਕਰ ਦਾਂਗੇ ਤਾਂ ਆਮਦਨ। ਕਹਿੰਦੇ ਹੀ ਆ ਦੁੱਗਣੀ ਆ 50000 ਰੁਪਏ ਕਿੱਲੇ ਨੂੰ 60000 ਰੁਪਏ ਕਿੱਲੇ ਨੂੰ ਜ਼ਮੀਨ ਚੜ੍ਹਦੀ ਹੈ। ਜ਼ਮੀਨ ਇਹਨਾਂ ਕੋਲ ਰਹਿਣ ਦੇ ਲੱਖ ਰੁਪਏ ਕਿੱਲੇ ਦੇ ਪੈਸੇ ਦੇਣ ਇਹਨਾਂ ਨੂੰ ਦੇਣ ਠੇਕਾ ਬੀਜਣ ਜੋ ਮਰਜ਼ੀ ਕਿਉਂ ਬੀਜੇ ਫਿਰ 1.5 ਲੱਖ ਰੁਪਇਆ। ਇੰਨਾ ਗੁੱਸਾ ਅੰਕਲ ਤੁਹਾਨੂੰ ਪ੍ਰਧਾਨ ਮੰਤਰੀ ਤੇ ਗੁੱਸਾ ਹੈ ਕਿ ਸਿਸਟਮ ਤੇ ਗੁੱਸਾ ਹੈ? ਸਿਸਟਮ ਤੇ ਗੁੱਸਾ ਹੈ। ਸਿਸਟਮ ਪੂਰਾ ਬੇਕਾਰ ਹੋ ਗਿਆ। ਇਸ ਵੇਲੇ ਬਗੈਰ ਖਾਣ ਪੀਣ ਦੀਆਂ ਚੀਜ਼ਾਂ ਜਾਂ ਮੈਡੀਸਨ ਹੋਰ ਕੁਝ ਨਹੀਂ ਵਿਕਦਾ। ਬਾਜ਼ਾਰ 'ਚ ਤੂੰ ਕੱਪੜਾ ਲੈਣ ਚਲੇ ਜਾ ਜਿਨ੍ਹਾਂ ਕੋਲ 10 ਸਾਲ 8 ਸਾਲ ਪੁਰਾਣੇ ਕੱਪੜੇ ਹੈ ਉਹੀ ਨਵੀਂ ਕੋਈ ਵੈਰਾਈਟੀ ਨਹੀਂ ਆ ਰਹੀ। ਬਿਲਕੁਲ ਠੀਕ ਹੈ। ਅਸੀਂ ਦਿੱਲੀ ਗਏ ਸੀ ਕੱਪੜਾ ਖਰੀਦਣ ਸਾਡੀ ਦੋਤੀ ਦਾ ਵਿਆਹ ਹੈ ਕੱਖ ਨਹੀਂ ਮਿਲਿਆ ਜੋ ਲੋਕਡਾਊਨ ਦੇ ਸਮਾਨ ਸੀ ਉਹੀ ਹੈ ਹੋਰ ਕੋਈ ਵੈਰਾਈਟੀ ਨਹੀਂ ਹੈ। ਤਾਂ ਫਿਰ ਫਾਇਦਾ ਹੋ ਕਿਹਨੂੰ ਰਿਹਾ? ਫਾਇਦਾ ਜਿਹੜਾ ਡਾਕਟਰ ਨੇ ਆ ਕੱਢ ਕੇ ਵੇਚੀ ਜਾਂਦੇ ਸਮਾਨ ਉਹਨਾਂ ਨੂੰ ਫਾਇਦਾ ਹੁੰਦਾ ਹੋਰ ਕਿਹਨੂੰ ਹੁੰਦਾ? ਆ ਕਿਸੇ ਦੀ ਕਿਡਨੀ ਕੱਢ ਲਈ ਕਿਸੇ ਦਾ ਕੁਛ ਕੱਢ ਲਿਆ ਔਰ ਉਹ ਹਰੇਕ ਨੂੰ ਕਰੋਨਾ ਕਹਿ ਦਿੰਦੇ ਨੇ ਜਿਹਨੂੰ ਮਾੜਾ ਜਿਹਾ ਬੁਖਾਰ ਹੋ ਗਿਆ ਉਹਨੂੰ ਕਰੋਨਾ। ਨਹੀਂ ਹੁੰਦਾ ਤੁਹਾਨੂੰ ਲੁੱਟ ਮਚਾ ਰੱਖੀ ਹੈ ਲੁੱਟਣ ਤੋਂ ਪਏ ਲੋਕ। ਮੈਂ ਕਹਿੰਦਾ ਜੇ ਚਾਦਰਾ ਵਿਛਾ ਦੇਣ ਨਾ ਰਫਲਾ ਲੈ ਕੇ 4 ਸਟੈਂਡ ਕਰਨਾ ਲੋਕਾਂ ਨੂੰ ਕਹਿੰਦੇ ਢੇਰੀ ਕਰ ਦਿਓ ਇੱਥੇ ਪੈਸੇ ਜਾਂ ਸੋਨਾ ਢੇਰੀ ਕਰ ਦਿਓ ਲੋਕ ਕਰ ਜਾਣ ਉਹ ਕੰਮ ਚੰਗਾ ਹੈ ਇਸ ਕੰਮ ਨਾਲੋਂ। ਤੁਸੀਂ ਇੱਥੇ ਪਿੰਡ ਹੀ ਰਹਿੰਦੇ ਹੋ? ਮੈਂ ਪਿੰਡ ਹੀ ਰਹਿਣਾ। ਹਾਂਜੀ ਹਾਂ। ਤੁਸੀਂ ਹਾਲਾਤ ਪਹਿਲਾਂ ਤੇ ਹੁਣ ਵਾਲੇ ਜਿਹੜੇ ਕਿਸਾਨੀ ਦੀ ਗੱਲ ਕਰ ਰਿਹਾ ਮੈਂ ਕਿਸਾਨੀ ਜਮਾ ਨੰਗਾ ਕਰ ਦੂਏ। ਹਾਂਜੀ ਨੰਗੇ ਹੋ ਜਾਣਗੇ ਜੱਟ ਜਮਾ ਸਾਰੇ
ਜੇ ਨਾ ਹੋਗੇ ਜੋ ਮਰਜ਼ੀ ਕਹਿ ਦਿਓ ਭੁੱਖੇ ਮਰਨਗੇ ਲੋਕ। ਹਾਲਾਤ ਇਹ ਹੋਏ ਵੇ ਆ। ਮੇਰੀ ਤਾਂ ਥਿਊਰੀ ਹੋਰ ਹੈ ਹਾਂਜੀ ਵੀ ਜੇ ਕੋਈ 10 ਕਿਲੋ ਆਟਾ ਲਈ ਜਾਂਦਾ ਨਾ, ਜਿਹੜੇ ਹਾਲਾਤ ਚੱਲਦੇ ਨੇ, ਉਹ ਘਰੇ ਨਹੀਂ ਜਾਇਆ ਕਰਨਾ, ਰਾਹ 'ਚ ਹੀ ਖੋਲਿਆ ਕਰਨਗੇ ਲੋਕ। ਲੁੱਟ ਖੋ ਹੋ ਜੂ। ਹਾਂ ਹੋਊਗੀ। ਤਾਂ ਜ਼ਿਆਦਾਤਰ ਕਿਸਾਨ ਜਿਹੜਾ ਹੁਣ ਉਹ 2-2.5 ਕਿੱਲੇ ਵਾਲਾ 5 ਕਿੱਲੇ ਵਾਲਾ ਰਹਿ ਗਿਆ। ਵੀ 2.5 ਕਿੱਲੇ ਵਾਲਾ ਤਾਂ ਉਹਦੇ ਪੱਲੇ ਕੀ ਹੈ? ਉਹਦੇ ਤਾਂ ਜਵਾਕ ਨੂੰ ਰਿਸ਼ਤਾ ਨਹੀਂ ਕਰਦਾ ਕੋਈ। ਜਿਹਦੇ ਕੋਲ 2.5-3 ਕਿੱਲੇ ਜ਼ਮੀਨ ਹੈ, ਮੁੰਡਾ ਵਿਆਹੁਣ ਵਾਲਾ ਹੈ, ਉਹਦੇ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ। ਜੱਟ ਰਿਸ਼ਤਾ ਨਹੀਂ ਕਰਦਾ, ਬਾਣੀਆਂ ਕਰ ਦੂ। ਜਿਹਦੇ ਕੋਲ 2000 ਦਾ ਸੌਦਾ ਦੁਕਾਨ 'ਚ, ਉਹਦਾ ਕੁੜੀ ਦਾ ਰਿਸ਼ਤਾ ਕਰ ਜੂਗਾ ਵੀ ਆਟੇ 'ਚੋਂ ਆਟਾ ਦੇਊ ਘਰੇ ਕੁੜੀ ਨੂੰ। ਜੱਟ ਕਹਿੰਦਾ ਇਹ ਕੋਲ 2.5 ਕਿੱਲੇ ਜ਼ਮੀਨ ਹੈ, ਮੈਂ ਰਿਸ਼ਤਾ ਕਿਉਂ ਕਰਾਂ? ਕਰਦੇ ਹੀ ਨਹੀਂ, ਉਹ ਹੁੰਦਾ ਵੀ ਨਹੀਂ। ਮੈਂ ਤੁਹਾਨੂੰ ਦਿਖਾ ਦੇਣਾ ਪਿੰਡ 'ਚ 20 ਮੁੰਡੇ ਕੁਆਰੇ ਫਿਰਦੇ ਆ। ਕਿਉਂ ਫਿਰਦੇ ਉਹ? ਕਾਰਨ ਕੀ ਹੈ? ਪਰ ਇਹਦੇ ਬਾਰੇ ਤਾਂ ਇਹ ਬਹੁਤ ਗੰਭੀਰ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਮਜ਼ਾਕ ਦੀ ਗੱਲ ਨਹੀਂ ਹੈ। ਬਹੁਤ ਵੱਡਾ ਇਸ਼ੂ ਹੈ ਕਿ ਜੇ ਇਸ ਤਰ੍ਹਾਂ ਦੀ ਜਿਹੜੇ ਲੋਕ ਸੋਚਦੇ ਨਹੀਂ ਹੈ, ਹੱਲ ਕੋਈ ਨਹੀਂ। ਪਰ ਤੁਹਾਨੂੰ ਕੀ ਲੱਗਦਾ, ਤੁਸੀਂ ਹਟਾਇਆ ਹੈ ਚੀਜ਼ਾਂ ਨੂੰ, ਹੱਲ ਇਹਦਾ ਤੁਹਾਨੂੰ ਹੱਲ ਕੀ ਲੱਗਦਾ? ਸਾਨੂੰ ਤਾਂ ਹੱਲ ਹੈ ਲੋਕ ਮਰਨਗੇ। ਆ ਹੁਣ ਦੇਖੋ ਕਿੰਨੇ ਮਰਨਗੇ, ਦੇਖ ਲਓ ਤੁਸੀਂ। ਕੀ ਹੋ ਰਿਹਾ ਮੁਲਕ 'ਚ? ਕੀ ਮਿਲਦਾ ਹੈ ਦੱਸੋ ਮੈਨੂੰ, ਜਵਾਬ ਦਿਓ ਵੀ ਆਹ ਚੀਜ਼ ਮਿਲਦੀ ਹੈ। ਕੋਈ ਕਿਸੇ ਦਾ ਹਮਦਰਦੀ ਹੈ? ਦੱਸ ਦਿਓ ਮੈਨੂੰ ਵੀ ਆਹ ਬੰਦਾ ਫਲਾਣੇ ਦੀ ਮਦਦ ਕੀ ਸਰਕਾਰ ਜ਼ਿੰਮੇਦਾਰ ਹੈ ਇਹਦੇ? ਸਰਕਾਰੀ ਜ਼ਿੰਮੇਵਾਰ, ਸਰਕਾਰੀ ਕਰਦੀ ਹੈ ਸਭ ਕੁਝ। ਮੇਰੀ ਕੀ ਹੱਥ ਹੈ ਵੀ ਮੈਂ ਕਰਦੇ? ਮੈਂ ਜੱਟਾਂ ਨੂੰ ਭੁੱਖੇ ਮਰਨ ਲਾਇਆ? ਮੈਂ ਬਿਲਕੁਲ ਵੀ ਨਹੀਂ ਲਾਇਆ। ਮੈਂ ਤਾਂ ਅੱਜ ਵੀ ਹੱਕ 'ਚ ਹਾਂ ਵੀ ਜੱਟਾਂ ਨੂੰ ਚਾਹੀਦਾ ਜਿਣਸ ਬੀਜਣ ਹੀ ਨਾ, ਇਹ ਉਹਨੂੰ ਭੁੱਖੇ ਮਰਨਾ ਨਾ ਹੀ ਬੀਜਣ। ਫਿਰ ਕਰਨਗੇ ਕੀ? ਭੁੱਖੇ ਮਰਦੇ ਆ, ਹੁਣ ਵੀ ਭੁੱਖੇ ਮਰਦੇ, ਫੇਰ ਹੀ ਭੁੱਖੇ ਮਰਨਗੇ। ਔਰ ਕਰਜ਼ਾਈ ਹੋਈ ਜਾਂਦਾ ਦਿਨੋਂ ਦਿਨ। ਜੱਟ ਹੀ ਮਰਦਾ। ਜੇ 2 ਲੱਖ ਜੱਟ ਨੇ ਦੇਣਾ ਹੋਵੇ ਨਾ, ਫਾਹਾ ਲੈ ਕੇ ਜੱਟ ਹੀ ਮਰਦਾ। ਕੋਈ ਬਾਣੀਆ ਮਰੇ? ਨਹੀਂ ਮਰਿਆ ਬਿਲਕੁਲ। ਮੈਂ 8 ਕਰੋੜ ਦੇਣਾ ਸੀ, ਮੈਂ ਤਾਂ ਮਰਿਆ ਨਹੀਂ। ਮੈਂ ਬਾਣੀਆ, ਸਰਕਾਰ ਨਾਲ ਕੇਸ ਲੜਿਆ। ਕੀ ਸਮਝਦੇ? 8 ਕਰੋੜ ਇਹ ਮਾਨਸਿਕਤਾ ਦਾ ਫਰਕ ਹੈ ਫਿਰ। ਬਿਲਕੁਲ ਫਰਕ ਹੈ, ਮਾਨਦੇ ਨਹੀਂ ਜੀ। ਇਹਨੇ ਸੋਚ ਹੀ ਹੋਰ ਹੈ। ਜੱਟਾਂ ਦੀ ਸੋਚ ਸਾਡੇ ਬਾਣੀਆਂ ਨਹੀਂ ਰਲਦੀ। ਅੱਗੇ ਆਓ ਤੁਸੀਂ, ਥੋੜੇ ਜਿਹੇ ਅੱਗੇ ਆਓ, ਤੁਹਾਡੇ ਤੱਕ ਮੇਰਾ ਮਾਈਕ ਨਹੀਂ ਪਹੁੰਚਣਾ। ਅੱਗੇ ਆ ਕੇ ਗੱਲ ਕਰੋ ਮੇਰੇ ਨਾਲ। ਬਹੁਤ ਇੰਪੋਰਟੈਂਟ ਗੱਲ ਹੈ, ਪੰਜਾਬ ਦੇ ਗਰਾਊਂਡ ਦੀ ਗੱਲ ਹੈ, ਪੰਜਾਬ ਦੀਆਂ ਸੱਥਾਂ ਤੋਂ ਅੱਜ ਗੱਲ ਕਰ ਰਹੇ ਹਾਂ। ਇਹ ਸੱਚ ਹੈ ਜੋ ਤਸਵੀਰਾਂ ਉੱਥੇ ਘੜੀ ਅਕਸਰ ਇਹ ਹੁੰਦਾ ਨਾ ਕਿ ਨੀਤੀਆਂ ਜਿਹੜੇ ਬਣਾਉਂਦੇ ਆ, ਉਹ ਕਦੇ ਉਹਨਾਂ ਨੇ ਆ ਕੇ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿੱਲੇ ਮਗਰ ਬੀ ਕਿੰਨਾ ਪੈਣਾ, ਜਿਹੜੇ ਨੀਤੀਆਂ ਬਣਾਈ ਜਾਂਦੇ। ਸਭ ਪਤਾ ਉਹਨਾਂ ਨੂੰ, ਹਾਂਜੀ ਕੱਖ ਨਹੀਂ ਪਤਾ ਉਹਨਾਂ ਨੂੰ। ਸਾਰੇ ਜਿਹੜੀ ਖੇਤੀ ਦੀ ਗੱਲ ਕਰਦੇ ਆ, ਆਰਡੀਨੈਂਸ ਦੀ ਗੱਲ ਕਰਦੇ ਆ, ਇਹਦੇ ਵਿੱਚ ਮੰਡੀਕਰਨ ਸਾਡਾ ਖਤਮ ਹੋ ਜਾਊਗਾ। ਇਸ ਤੋਂ ਬਾਅਦ ਆੜਤੀਆ ਸਿਸਟਮ ਖਤਮ ਕਰ ਦੇਣਾ। ਜੱਟਾਂ ਦੇ ਕਿਸਾਨਾਂ ਦੇ ਸਾਥੀਓ ਹੀ ਆੜਤੀਏ ਨੇ। ਆੜਤੀਆਂ ਤੋਂ ਅਸੀਂ ਕਰਜ਼ਾ ਲੈਂਦੇ ਆ, ਰੋਜ਼ ਦੀ ਦਾਲ ਰੋਟੀ ਸਾਡੀ ਉਹਨਾਂ ਨਾਲ ਚੱਲਦੀ ਆ। ਹਰ ਦੁੱਖ ਸੁੱਖ ਦੇ ਵਿੱਚ ਸਾਡੇ ਉਹ ਕੰਮ ਆਉਂਦੇ ਨੇ। ਮੰਡੀ ਸਿਸਟਮ ਖਤਮ ਹੋ ਗਿਆ, ਆੜਤੀ ਸਿਸਟਮ ਖਤਮ ਹੋ ਗਿਆ, ਕਿਸਾਨ ਕਿੱਧਰ ਜਾਊਗਾ? ਤੁਸੀਂ ਪ੍ਰਾਈਵੇਟਾਈਜੇਸ਼ਨ ਦੇ ਹੱਕ 'ਚ ਨਹੀਂ, ਤੁਹਾਨੂੰ ਲੱਗਦਾ ਕਿ ਮੰਡੀ ਪ੍ਰਾਈਵੇਟ ਨਹੀਂ ਹੋਣੀ ਚਾਹੀਦੀ? ਬਿਲਕੁਲ ਨਹੀਂ ਹੋਣੀ ਚਾਹੀਦੀ ਸਰ। ਜਦੋਂ ਇੱਥੇ ਵੱਡੀਆਂ ਫਰਮਾਂ ਨੂੰ ਇਹ ਸਾਡੀ ਖੇਤੀ ਦੇ ਦੇਣਗੇ, ਇਹਨਾਂ ਦੀ ਪਲੈਨਿੰਗ ਇਹੀ ਆ ਵੀ ਅਸੀਂ ਅਵਾਨੀਆਂ ਅਡਾਨੀਆਂ ਨੂੰ, ਰਿਲਾਇੰਸ ਨੂੰ, ਟਾਟੇ ਬਿਰਲਿਆਂ ਨੂੰ ਹੀ ਖੇਤੀ ਦੇ ਦਈਏ। ਉਸ ਤੋਂ ਬਾਅਦ ਸਾਡੇ ਕਿਸਾਨ ਇਹਨਾਂ ਹੀ ਖੇਤਾਂ 'ਚ ਨੌਕਰ ਬਣ ਕੇ ਕੰਮ ਕਰਨਗੇ। ਉਹ ਕਹਿੰਦੇ ਮਲਕੀਅਤ ਤਾਂ ਤੁਹਾਡੀ ਰਹੂਗੀ। ਸਰ ਉਹ ਕਹਿਣ ਨੂੰ ਹੀ ਮਲਕੀਅਤ ਰਹੇਗੀ, ਅਸੀਂ ਆਪਦੇ ਖੇਤ 'ਚ ਆਪ ਨੌਕਰ ਹੋਵਾਂਗੇ, ਅਸੀਂ ਟਰੈਕਟਰ ਚਲਾਵਾਂਗੇ ਉਹਨਾਂ ਦੇ ਨੌਕਰ ਬਣ ਕੇ, ਅਸੀਂ ਮਾਲਕ ਨਹੀਂ ਰਹਾਂਗੇ ਉਹਦੇ। ਮੈਂ ਘਰ ਦਿੰਦਾ 2000 ਰੁਪਏ ਕਿਰਾਏ ਤੇ ਦੇਤਾ, ਜੇ ਕੱਲ ਨੂੰ ਖਾਲੀ ਨਾ ਕਰੇ ਮੈਂ ਖਾਲੀ ਕਰਾ ਲੂੰ, ਮੇਰੀ ਕੀ ਪਾਵਰ ਹੈਗੀ? ਬਿਲਕੁਲ ਠੀਕ ਹੈ। ਇਹ ਕਾਹਦੀ ਮਲਕੀਅਤ ਹੈ? ਜੇ ਜ਼ਮੀਨ ਤੇ ਨਾ ਕਿਰਾਏ ਦੀ ਲੈ ਲਈ, ਹਾਂ ਫਿਰ ਕੀ? ਫਿਰ ਕਾਹਦੀ ਮਲਕੀਅਤ ਹੈ? ਤੁਹਾਨੂੰ ਲੱਗਦਾ ਪ੍ਰਾਈਵੇਟ ਮੰਡੀਆਂ ਵੀ ਠੀਕ ਨਹੀਂ ਹੈ ਸਿਸਟਮ? ਸਭ ਕੁਝ ਸਿਸਟਮ ਸਾਰੀ ਉਤਕੱਸਾ ਕੰਮ ਹੋਇਆ ਹੈ, ਕੋਈ ਵਧੀਆ ਕੰਮ ਨਹੀਂ ਹੈ। ਅਸੀਂ ਸਰ ਕਣਕ ਜਾਂ ਝੋਨੇ ਨੂੰ ਹੁਣ ਵੇਚਣ ਕਿੱਥੇ ਜਾਵਾਂਗੇ? ਅਸੀਂ ਟਰਾਲੀਆਂ ਦੇ ਵਿੱਚ ਪਾ ਕੇ ਹੋਕੇ ਦਵਾਂਗੇ, ਭਾਈ ਕਣਕ ਲੈ ਲਓ, ਝੋਨਾ ਲੈ ਲਓ ਸਾਤੋਂ। ਲੋਕ ਮੰਗਣਗੇ 2 ਕਿਲੋ ਕਣਕ ਦੇ ਦਿਓ, 5 ਕਿਲੋ ਝੋਨਾ ਦੇ ਦਿਓ। ਆਹ ਹਾਲ 'ਚ ਵੇਚਾਂਗੇ ਅਸੀਂ? ਕਿੱਥੇ? ਅਸੀਂ ਇਕੱਠਾ ਵੇਚਦੇ ਆ, ਇੱਕ ਜਗ੍ਹਾ ਸਾਡਾ ਸਿਸਟਮ ਬਣਿਆ ਹੋਇਆ। ਉਹ ਜਦੋਂ ਉਸ ਬਣੇ ਸਿਸਟਮ ਨੂੰ ਤੋੜ ਦੋਗੇ ਤੇ ਸਾਡਾ ਹਾਲ ਕਿਉਂ ਆਲੂ ਵਾਲਾ ਹੋਊਗਾ? ਜਦੋਂ ਸਾਤੋਂ ਸਾਂਭ ਨਹੀਂ ਹੋਊ, ਅਸੀਂ ਸੜਕ ਤੇ ਢੇਰੀ ਕਰ ਦਾਂਗੇ ਵਿਆਹ ਪਈ ਆ ਜੀ ਸਾਂਭ ਲਓ। ਹਾਂਜੀ ਟੁੱਟ ਗਿਆ ਸਿਸਟਮ, ਹੁਣ ਨਹੀਂ ਰਹਿੰਦਾ ਹੈ। ਪਾਸ ਤਾਂ ਕਰੀ ਦਿੱਤਾ ਸਰਕਾਰ ਨੇ, ਕਾਨੂੰਨ ਤਾਂ ਬਣੀ ਜਾਣਾ, ਇੱਕ ਰਾਸ਼ਟਰਪਤੀ ਦੇ ਸਾਈਨ ਰਹਿ ਗਏ ਇਕੱਲੇ ਹੁਣ। ਉਹ ਵੀ ਹੋ ਜਾਣਗੇ। ਰਾਸ਼ਟਰਪਤੀ ਜੀ ਦਾ ਇਹਨਾਂ ਦਾ ਹੀ ਹੈ, ਉਹ ਕਿਹੜਾ ਮੇਰਾ ਹੈ? ਇੱਕ ਗੱਲ ਕਰਨੀ ਚਾਹਾਂਗੇ, ਚਾਹੇ ਰਾਸ਼ਟਰਪਤੀ ਆ, ਚਾਹੇ ਲੋਕ ਸਭਾ ਰਾਜ ਸਭਾ 'ਚੋਂ ਪਾਸ ਹੋ ਗਿਆ, ਤੁਹਾਨੂੰ ਪਤਾ, ਪਰ ਜਨਤਾ ਨਾਲੋਂ ਵੱਡਾ ਕੋਈ ਚੀਜ਼ ਨਹੀਂ ਹੁੰਦੀ। ਜਨਤਾ ਦਾ ਇੱਕ ਆ, ਅਸੀਂ ਕਾਨੂੰਨ ਤੋੜ ਦਾਂਗੇ ਔਰ ਵਿਰੋਧ ਕਰਾਂਗੇ ਉਹਦਾ ਜਦੋਂ ਤੱਕ ਸਾਡੇ ਜਾਨ ਹੈ। ਬਹੁਤ ਵਧੀਆ ਗੱਲ ਤੁਸੀਂ ਕੀਤੀ। ਮੇਰਾ ਇਹ ਸਵਾਲ ਹੈ, ਕਿੰਨਾ ਲਾਜ਼ਮੀ ਹੈ ਹੁਣ ਕਿ ਏਕਾ ਕਰਿਆ ਜਾਵੇ? ਕਿਉਂਕਿ ਪਹਿਲਾਂ ਜਥੇਬੰਦੀਆਂ ਵੀ ਲੜਦੀਆਂ ਰਹੀਆਂ, ਆ ਪਰਸੋਂ ਲੱਖੋਵਾਲ ਰਾਜੇਵਾਲ ਵੀ ਇਕੱਠੇ ਹੋ ਗਏ, ਅਖੀਰ ਆ ਕੇ ਵੀ ਅਸੀਂ ਇਕੱਠੇ ਹੋ ਜਾਂਦੇ ਆ। ਤੁਸੀਂ ਆ 25 ਸਤੰਬਰ ਨੂੰ ਦੇਖੋਗੇ, ਇਹਦਾ ਨਤੀਜਾ ਸਾਰਾ ਦੇਸ਼ ਇੱਕ ਹੋਊਗਾ, ਇੱਕ ਮੁੱਠ ਹੋਊਗਾ, ਸਾਰਾ ਕੁਝ ਬੰਦ ਹੋਏਗਾ। ਇਸ ਤੋਂ ਬਾਅਦ ਵੀ ਇਹ ਨਹੀਂ ਵੀ ਇੱਕ ਬੰਦ ਨਾਲ ਸਾਡਾ ਗੁਜ਼ਾਰਾ ਹੋ ਜਾਏਗਾ, ਇਸ ਤੋਂ ਬਾਅਦ ਵਿਰੋਧ ਜਾਰੀ ਰਹੂਗਾ ਇਹ ਜਦੋਂ ਤੱਕ ਇਹ ਕਾਨੂੰਨ ਤੋੜਿਆ ਨਹੀਂ ਜਾਂਦਾ। ਅਸੀਂ ਆਰਡੀਨੈਂਸ ਖਤਮ ਕਰਕੇ ਰਵਾਂਗੇ। ਸਰਕਾਰ ਤਾਂ ਲਗਾਤਾਰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਆਪਦੇ ਵੱਲੋਂ ਤਾਂ ਸਮਝਾ ਰਹੀ ਹੈ ਵੀ ਇਹ ਬਹੁਤ ਵਧੀਆ ਹੈ, ਬਹੁਤ ਵਧੀਆ ਹੈ। ਪ੍ਰਧਾਨ ਮੰਤਰੀ ਹੁਣ ਪੰਜਾਬੀ 'ਚ ਵੀ ਟਵੀਟ ਕਰੀ ਜਾਂਦੇ ਵੀ ਸ਼ਾਇਦ ਪੰਜਾਬੀ 'ਚ ਸਮਝ ਆ ਜੇ ਇਹਨਾਂ ਨੂੰ। ਅੱਜ ਐਮਐਸਪੀ ਦਾ ਵੀ ਉਹਨਾਂ ਨੇ ਕਿਹਾ ਵੀ ਐਮਐਸਪੀ ਰਹੂਗੀ।
ਸਰ ਸਾਡੀਆਂ 3 ਸਟੇਟਾਂ ਹੀ ਜ਼ਿਆਦਾ ਖੇਤੀ ਤੇ ਨਿਰਭਰ ਆ ਜਾਂ ਜ਼ਿਆਦਾ ਅਨਾਜ ਉਗਾਉਂਦੀਆਂ। ਪੰਜਾਬ, ਹਰਿਆਣਾ, ਯੂਪੀ ਜ਼ਿਆਦਾ ਆਪਣੇ 'ਚ ਹੀ ਇਹ ਉਗ ਰਿਹਾ ਤੇ ਅਸੀਂ ਤਿੰਨੋਂ ਸਟੇਟਾਂ ਇਕੱਠੀਆਂ ਨੇ। ਸਾਰੇ ਅਸੀਂ ਵਿਰੋਧ ਕਰਾਂਗੇ, ਬਲਕਿ ਪੂਰਾ ਦੇਸ਼ ਆਪਣੇ ਨਾਲ ਚੱਲ ਰਿਹਾ। ਮੋਦੀ ਕੁਛ ਕਹੀ ਚੱਲੇ ਜੀ, ਮੋਦੀ ਸਾਹਿਬ ਦਾ ਹੁਣ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਉਹ ਸਾਨੂੰ ਖਤਮ ਕਰਨ ਤੇ ਤੁਲਿਆ ਹੋਇਆ ਕੱਲੀ ਕੱਲੀ ਚੀਜ਼ ਨੂੰ। ਇਹ ਨਹੀਂ ਹੈ ਕੱਲੀ ਕਿਸਾਨੀ ਨੂੰ। ਇਸ ਤੋਂ ਪਹਿਲਾਂ ਉਹਨਾਂ ਨੇ NRC NPC ਲੈ ਕੇ ਆਏ ਨੇ, ਜਿਹੜਾ ਵੀ ਮੁੱਦੇ ਲੈ ਕੇ ਰੇਲਵੇ ਕਰਨ ਨੂੰ ਪ੍ਰਾਈਵੇਟ ਕਰ ਰਹੇ ਨੇ। ਸਾਰਾ ਕੁਝ ਹੀ ਦੇਸ਼ ਨੂੰ ਖਤਮ ਕਰਕੇ ਮੈਨੂੰ ਲੱਗਦਾ ਵੇਚ ਕੇ ਭੱਜ ਜਾਣਗੇ ਅਬਾਨੀਆਂ ਅਡਾਨੀਆਂ ਨੂੰ ਇੱਥੇ, ਜਿਹੜਾ ਸਾਨੂੰ ਡਰ ਲੱਗ ਰਿਹਾ। ਅੰਕਲ ਵੀ ਇਹੀ ਕਹੀ ਜਾਂਦੇ ਗੁੱਸੇ 'ਚ ਨਾਲੇ ਬਹੁਤ ਬਹੁਤ ਗੁੱਸੇ ਹੀ ਨੇ। ਚਲੋ ਹੱਸੇ ਤਾਂ ਸਹੀ ਇਹ। ਚਲੋ ਠੀਕ ਹੈ, ਸਾਡਾ ਕਹਿੰਦੇ ਵੀ ਰੇਲਵੇ ਵੀ ਪ੍ਰਾਈਵੇਟ ਹੋ ਜਾਣਾ, ਸਾਰਾ ਕੁਝ ਵੇਚ। ਪ੍ਰਾਈਵੇਟ ਹੈ, ਸਭ ਕੁਝ ਪ੍ਰਾਈਵੇਟ ਹੈ ਇੱਥੇ ਬਣਿਆ। ਅੰਕਲ ਕਹਿੰਦੇ ਕਿ ਮੇਰੇ ਤੇ ਵੀ ਕਰਜ਼ਾ ਸੀ ਪਰ ਮੈਂ ਸੁਸਾਈਡ ਨਹੀਂ ਕੀਤਾ, ਮੈਂ ਲੜਿਆ ਸਿਸਟਮ ਦੇ ਨਾਲ। ਇਹ ਕਿਉਂ ਹੈ ਕਿ ਜ਼ਿਮੀਂਦਾਰ ਸੁਸਾਈਡ ਕਿਉਂ ਕਰਦਾ ਹੈ? ਉਹ ਲੜਦਾ ਕਿਉਂ ਨਹੀਂ ਸਿਸਟਮ ਨਾਲ, ਜਾਂ ਉਹਦੀ ਮਾਨਸਿਕਤਾ ਬਣ ਗਈ ਆ, ਉਹ ਘਬਰਾ ਰਿਹਾ ਸਿਸਟਮ ਤੋਂ? ਘਬਰਾ ਨਹੀਂ ਸਰ ਰਿਹਾ। ਉਹਨਾਂ ਕੋਲੇ ਮੈਂ ਦੇਖਦਾ ਜਿਹੜੇ ਵੀ ਛੋਟੇ ਕਿਸਾਨ ਆ, ਚਾਹੇ ਵੱਡੇ ਵੀ ਲਾ ਲਓ ਤੁਸੀਂ, 10 ਕਿੱਲੇ ਵਾਲੇ ਤੱਕ ਮੈਂ ਗੱਲ ਕਰੂੰਗਾ। ਇਹ ਕੀ ਕਰਦੇ ਆ ਜੀ, ਅੱਜ ਜਿਹੜੀਆਂ ਲਿਮਟਾਂ ਬਣੀਆਂ, ਸਰਕਾਰ ਨੇ ਕਰਜ਼ਾ ਦੇਣਾ ਸ਼ੁਰੂ ਕਰਿਆ, ਉਹ ਕਰਜ਼ਾ ਲੈ ਲੈਂਦੇ, ਉਹਨਾਂ ਤੋਂ ਵਿਆਜ ਹੀ ਨਹੀਂ ਪੂਰਾ ਹੋ ਰਿਹਾ। ਜਿੰਨੀ ਆਮਦਨ ਹੈ ਕਿਸਾਨ ਨੂੰ 6 ਮਹੀਨੇ ਦੀ ਲੱਖ 1.5 ਲੱਖ ਆਮਦਨ ਕਮਾਉਂਦਾ 10 ਕਿੱਲੇ ਵਾਲਾ, ਉਸ ਤੋਂ ਬਾਅਦ ਉਹ 6 ਮਹੀਨੇ ਬਾਅਦ ਉਹੀ ਵਿਆਜ ਵਾਪਸ ਕਰਦਾ, ਕੱਲਾ ਵਿਆਜ ਆਮਦਨ ਨਾਲ। ਕਰਜ਼ਾ ਉਹਦੇ ਸਿਰ ਫੇਰ ਖੜਾ ਰਹਿੰਦਾ। ਬਾਕੀ ਜਿਹੜਾ ਫੇਰ ਹੋਰ ਕਰਜ਼ਾ ਲੈ ਲੈਂਦਾ, ਉਹ ਜ਼ਮੀਨ ਨਾਲੋਂ ਜ਼ਿਆਦਾ ਉਹਦੇ ਸਿਰ ਕਰਜ਼ਾ ਵੱਧ ਜਾਂਦਾ। ਇਹ ਗੈਰ ਕਿਸਾਨੀ ਕਰਜ਼ਾ ਹੈ, ਬਿਨਾਂ ਹੋਰ ਲੋੜਾਂ ਪੂਰੀਆਂ ਕਰਨ ਵਾਸਤੇ ਕਰਜ਼ਾ ਹੈ। ਕਈ ਵਾਰੀ ਵਿਆਹਾਂ ਤੇ ਪੈਸਾ ਲਿਆ ਜਾਂਦਾ, ਕਰਜ਼ਾ ਲਿਆ ਜਾਂਦਾ। ਸਰ ਸਾਰੀਆਂ ਹੀ ਲੋੜਾਂ ਨੇ, ਟਿਊਬਲ ਖਰਾਬ ਹੋ ਜੇ ਕੱਲਾ ਵਿਆਹਾਂ ਉਹਨਾਂ ਤੁਸੀਂ ਲਾਓ। ਹਾਂਜੀ, ਆ ਟਿਊਬਲ ਖਰਾਬ ਹੋ ਜੇ, ਮੋਟਰ ਚੱਲਦੀ ਆ, ਉਧਰ ਵੀ ਮਾਰ ਲਿਓ ਕੈਮਰਾ ਮੋਟਰ ਵਾਲਾ, 2-2.5 ਲੱਖ ਇਹ ਤੇ ਲੱਗਦਾ। ਜਾਂ ਸਾਡੇ ਕੋਲ ਹੁੰਦਾ ਹੀ ਨਹੀਂ, ਫਿਰ ਕਰਜ਼ਾ ਹੀ ਲੈਣਾ। ਕਰਜ਼ਾ ਲੈ ਕੇ ਕਰੂਗਾ ਨਾ, ਕਰਜ਼ਾ ਲੈ ਕੇ ਕਰਨਾ ਜੀ। ਕੋਈ ਵਿਆਹ ਸ਼ਾਦੀ ਆ ਗਿਆ ਤਾਂ ਵੀ ਕਰਜ਼ਾ ਹੀ ਲੈਣਾ। ਉਸ ਤੋਂ ਬਾਅਦ ਉਹ ਜ਼ਮੀਨ ਨੂੰ ਗਹਿਣੇ ਕਰਦਾ ਜੀ। ਜ਼ਮੀਨ ਗਹਿਣੇ ਕਰਕੇ ਫਿਰ ਉਹਦੇ ਜਦੋਂ ਉਹ ਬੈਂਕ ਵਾਲੇ ਵੀ ਆਉਂਦੇ ਆ, ਜਾਂ ਜਿਹਦੇ ਕੋਲੇ ਗਹਿਣੇ ਕੀਤੇ ਉਹ ਵੀ ਆਉਂਦਾ ਪੈਸਾ ਮੰਗਣ, ਉਹਦੇ ਕੋਲੇ ਕੋਈ ਹੱਲ ਹੀ ਨਹੀਂ ਰਹਿੰਦਾ। ਉਹਨੇ ਬਿਮਾਰੀ ਤੇ ਪੈਸਾ ਲਾਉਣਾ, ਘਰ ਤੇ ਵੀ ਲਾਉਣਾ, ਹੋਰ ਲੋੜਾਂ ਵੀ ਪੂਰੀਆਂ ਕਰਨੀਆਂ। ਤੁਹਾਨੂੰ ਲੱਗਦਾ ਕਿ ਹੁਣ ਇਸ ਕਾਨੂੰਨ ਤੋਂ ਬਾਅਦ ਜਮਾਂ ਟੁੱਟ ਜਾਊਗਾ ਸਿਸਟਮ ਜਮਾਂ? ਇਹ ਵਿਆਹ ਦੇ ਨਾਂ ਤੇ ਤਾਂ ਜੀ ਬਦਨਾਮ ਕੀਤਾ ਜਾਂਦਾ ਵੀ ਕਿਸਾਨ ਵਿਆਹਾਂ ਤੇ ਬਹੁਤ ਖਰਚਾ ਕਰਦਾ। ਇਹ ਬਦਨਾਮ ਕਰਿਆ ਹੋਇਆ ਅਕਸਰ ਕਿਹਾ ਜਾਂਦਾ ਇਹ ਗੱਲ। ਅਕਸਰ ਕਿਹਾ ਜਾਂਦਾ, ਪਰ ਇਹ ਨਹੀਂ ਹੈ, ਅਸਲੀਅਤ ਨਹੀਂ ਹੈਗੀ। ਅਸਲੀਅਤ ਉਹਦੇ ਹੋਰ ਵੀ ਲੋੜਾਂ ਨੇ। ਹੁਣ ਤੁਸੀਂ ਬਿਜਲੀ ਦਾ ਬਿੱਲ ਹੀ ਦੇਖ ਲਓ ਜੀ, ਆਪਣੇ ਤੁਹਾਡਾ ਆਪਣਾ ਦੇਖ ਲਓ ਜੀ, 20,000 ਤੋਂ ਘੱਟ ਨਹੀਂ ਆਉਂਦਾ ਹੁਣ। ਫਿਰ ਉਹਨੂੰ ਕੀ ਕਰੂਗਾ, ਕਿੱਥੋਂ ਦੇਣਾ ਉਹਨੇ, ਕਿੱਥੋਂ ਦੇਊਗਾ ਬੰਦਾ? ਤੁਸੀਂ 2 AC ਮੈਨੂੰ ਐਵਰੇਜ ਇਹ ਦੱਸੋ, ਮਿਸਾਲ ਕਰੋ 10 ਕਿੱਲੇ ਵਾਲਾ ਕਿਸਾਨ ਹੈ, ਉਹਦੀ ਸਾਲ ਦੀ ਐਵਰੇਜ ਕਮਾਈ ਕੀ ਹੈ ਜੀ? ਇਹ ਤੁਸੀਂ ਦੱਸੋ ਜੀ, ਤੁਸੀਂ ਕਿੰਨੀ ਕਾ ਜੀ? ਕੋਈ ਕੈਲਕੂਲੇਸ਼ਨ ਇੱਕ ਆਈਡੀਆ ਲਾ ਕੇ ਦੱਸੋ। 2.5-3 ਲੱਖ ਹੋਊਗੀ ਜੀ ਸਾਰੇ ਖਰਚ। ਹਾਂਜੀ, ਮਸਾਂ 3 ਲੱਖ, ਉਹ ਵੀ ਖਰਚੇ ਵਿੱਚੋਂ ਬਹੁਤ ਨਿਕਲ ਜਾਣੇ ਆ। ਉਹ ਵੀ ਜੇ ਆਪਦੀ ਮਿਹਨਤ ਨਾ ਲਾਵੇ, ਜੇ ਆਪਦੀ ਮਿਹਨਤ ਲਾ ਲਵੇ ਉਹ ਵੀ ਨਹੀਂ ਉਹ ਵੀ ਨਹੀਂ ਬਚਦਾ। ਬਚਦਾ ਜੇ ਆਪਦੀ ਵੀ ਲਾ ਲਾ ਫੇਰ ਨਹੀਂ ਬਚੂਗਾ ਜੀ। ਜੇ ਕਿਸੇ ਦੇ ਸਿਰ ਤੇ ਖੇਤੀ ਉਹ ਆਪ ਕਰ ਰਿਹਾ ਤਾਂ ਇੰਨਾ ਬਈ ਤਾਂ ਬਚ ਰਿਹਾ। ਜੇ ਖੁਦ ਕਹੇ ਵੀ ਮੇਰੀ ਵੀ ਮਿਹਨਤ, ਮੈਨੂੰ ਵੀ ਦਿਹਾੜੀ 400-500 ਮਿਲ ਜਵੇ ਤੇ ਫਿਰ ਉਹ ਖਤਮ ਹੈ ਜੀ। 3 ਲੱਖ ਦਾ ਮਤਲਬ ਹੈ ਵੀ ਮਹੀਨੇ ਦਾ 30,000 ਤੋਂ ਵੀ ਘੱਟ ਹੋਇਆ ਤਾਂ ਬੱਚੇ ਵੀ ਪੜਾਉਣੇ ਐ, ਰਸੋਈ ਵੀ ਚਲਾਉਣੀ ਹੈ, ਕਬੀਲਦਾਰੀ ਵੀ ਹੈ, ਕੋਈ ਰਿਸ਼ਤੇਦਾਰੀ 'ਚ ਵੀ ਆਉਣਾ ਜਾਣਾ। 30,000 ਰੁਪਏ ਨਾਲ ਗੁਜ਼ਾਰਾ ਕਿਵੇਂ ਹੈ? ਜਿਹੜਾ 10 ਕਿੱਲੇ ਵਾਲਾ ਸਰ, ਉਹ ਸਾਰੇ ਹੀ ਕਰਜ਼ਾਈ ਨੇ। ਤੁਸੀਂ ਦੇਖ ਲਓ 90% ਕਿਸਾਨ ਕਰਜ਼ਾਈ ਹੋਊ ਜੇ ਉਹ ਹੋਰ ਕੰਮ ਨਹੀਂ ਕਰਦਾ। ਲਿਮਟਾਂ ਬਣੀਆਂ ਤਾਂ ਜੇ ਉਹ ਹੋਰ ਕੰਮ ਨਾਲ ਆ ਉਹਦਾ ਫੇਰ ਬਚਿਆ ਕਰਜ਼ੇ ਤੋਂ, ਨਹੀਂ ਉਹ ਕੱਲੀ ਕਿਸਾਨੀ ਤੇ ਕਰਜ਼ਾਈ ਆ। ਕਿਸਾਨੀ ਉਹਦੀ ਦਿਹਾੜੀ ਨਹੀਂ ਨਾ ਗਿੰਦਾ। ਆਪ ਜਾਂਦੇ 4 ਜਣੇ ਕੰਮ ਕਰਨ, ਐ ਨਹੀਂ ਗਿੰਦੇ ਵੀ 400 ਰੁਪਏ ਦਿਹਾੜੀ ਦਾ, ਵੀ 1600 ਰੁਪਏ ਰੋਜ਼ ਦਾ ਗਿਣ ਲੈਣ। ਉਹ ਇਹ ਨਹੀਂ ਗਿੰਦਾ, ਜੱਟ ਨਹੀਂ ਗਿੰਦਾ। ਬਿਲਕੁਲ ਠੀਕ ਕਹਿ ਰਹੇ ਹੋ। ਮੈਨੂੰ ਪਤਾ ਇਹਨਾਂ ਗੱਲਾਂ, ਜੱਟ ਗਿੰਦੇ ਹੀ ਨਹੀਂ। ਉਹ ਤਾਂ ਕਹਿੰਦਾ ਮੈਂ ਤਾਂ ਜਾਣਾ ਹੀ ਹੈ। 20 ਰੁਪਏ ਦੇ ਕਾਬਲੇ ਰਹਿਣਗੇ, 40 ਰੁਪਏ ਕਿਰਾਇਆ ਲਾ ਕੇ ਵਗ ਜੂ। ਵੀ ਇੱਥੇ ਮਹਿੰਗਾ ਦਿੰਦੇ, ਉੱਥੇ ਵਗ ਜੂ। ਇਹ ਕੈਲਕੂਲੇਸ਼ਨ, ਇਹ ਬਾਣੀਆਂ ਦਿਮਾਗ ਹੀ ਕੈਲਕੂਲੇਸ਼ਨ ਕਰ ਸਕਦਾ ਅੰਕਲ। ਇਹ ਪਤਾ ਨਹੀਂ। ਔਰ ਇਹ ਵਧੀਆ ਗੱਲ ਹੈ, ਇਹ ਕੈਲਕੂਲੇਸ਼ਨਾਂ ਹੋਣੀਆਂ ਚਾਹੀਦੀਆਂ। ਮੈਂ 1974 ਚ ਘਲਾੜਾ ਲਾਇਆ ਸੀ। 1974 ਚ 1974 ਹਾਂਜੀ। ਬਰਨਾਲੇ ਘਲਾੜਾ ਲਾਇਆ ਸੀ। ਸਾਰਾ ਟੱਬਰ, ਜਵਾਕ, ਮੁੰਡੇ, ਕੁੜੀਆਂ, ਲਾਲ ਲਟਰਮ ਜੋ ਗੰਨੇ ਸੜਦੇ। ਉਹ ਮੈਂ ਕਹਿੰਦਾ ਗੁੜ ਕੀ ਨਿਕਲੇ ਚੋਂ, ਤੁਹਾਡੇ ਪੱਲੇ ਕੀ ਪਊ? ਗੁੜ ਦਾ ਭਾਅ 50 ਰੁਪਏ ਕੁਇੰਟਲ ਸੀ। ਜੇ ਸਾਰੇ ਦਿਹਾੜੀ ਲਾਓ ਤੁਸੀਂ ਆਪਦੀ ਗਿਣੋ ਤਾਂ ਉਹਨੇ ਪੈਸੇ ਦਿਹਾੜੀ ਦੇ ਵੱਧ ਬਣਦੇ ਆ, ਤੇ ਉਹ ਗੰਨਾ ਬੀਜ ਕੇ ਤੇ ਗੁੜ ਕੱਢ ਕੇ ਉਹਨੇ ਪੈਸੇ ਨਹੀਂ ਬਣਦੇ। ਉਹ ਗਿਣਦੇ ਹੀ ਨਹੀਂ ਆਪਦੇ ਪੈਸੇ। ਬਹੁਤ ਜ਼ਰੂਰੀ ਹੈ ਕੈਲਕੂਲੇਸ਼ਨ। ਇੱਕ ਆਖਰੀ ਸਵਾਲ ਹੈ ਮੇਰਾ ਤੁਹਾਨੂੰ, ਇੱਕ ਕਲਸਟਰਸ ਦੀ ਗੱਲ ਹੈ ਕਿ ਸਾਊਥ ਦੇ ਵਿੱਚ ਕਲਸਟਰ ਬਣਾਏ ਪ੍ਰਾਈਵੇਟ ਕੰਪਨੀਆਂ ਨੇ, ਕਿ ਜਿਵੇਂ ਹੁਣ ਇੱਥੇ ਕਿੱਲੇ 1.5 ਕਿੱਲੇ ਵਾਲੀ ਖੇਤੀ ਹੈ, ਉੱਥੇ ਉਹਨਾਂ ਨੇ ਇਕੱਠੀ ਲੈ ਲਈ, 5-5 ਹਜ਼ਾਰ ਕਿੱਲਾ ਇਕੱਠਾ ਲੈ ਲਿਆ ਤੇ ਫਿਰ ਉਹਦੀ ਖੇਤੀ ਕੀਤੀ, ਉਹਦਾ ਮੁਨਾਫਾ ਕਿਸਾਨਾਂ 'ਚ ਵੰਡਿਆ। ਤੁਹਾਨੂੰ ਲੱਗਦਾ ਇਹ ਸਾਡੇ ਇੱਥੇ ਪੋਸੀਬਲ ਹੈਗੀ ਇਹ ਗੱਲ ਵੀ 3000-4000 ਕਿੱਲੇ ਦੇ ਕਲਸਟਰ ਬਣ ਜਾਣ, ਵੱਟਾਂ ਹੀ ਢਾ ਦਈਏ ਕਿ ਇਕੱਠਾ ਹੀ ਖੇਤ ਕਰ ਦਈਏ, ਤੇ ਫਿਰ ਇਹ ਪੋਸੀਬਲ ਹੈਗਾ? ਸਰ ਦੇਖੋ, ਇਹ ਬਣ ਜਾਣਾ ਤਾਂ ਵਧੀਆ ਗੱਲ ਹੁੰਦੀ ਆ। ਅਸੀਂ ਦੇਖਦੇ ਹਾਂ ਜਿਵੇਂ ਬਾਹਰਲੇ ਦੇਸ਼ਾਂ 'ਚ ਅਕਸਰ ਦੇਖਿਆ ਜਾਂਦਾ,
ਵੀ ਇਹ ਸਿਸਟਮ ਆ 5000 ਕਿੱਲੇ ਜੇ ਕਣਕ ਖੜੀ ਆ ਤਾਂ ਕਣਕ ਹੀ ਆ। ਉਹਦੇ ਨਾਲ ਫਾਇਦਾ ਇਹ ਹੁੰਦਾ ਵੀ ਉਹ ਫੁਆਰੇ ਲੱਗ ਜਾਂਦੇ ਆ, ਸ਼ਾਵਰ ਸਿਸਟਮ ਲੱਗਦਾ, ਪਾਣੀ ਲਈ ਸੌਖਾ ਸਿਸਟਮ ਬਣ ਜਾਂਦਾ, ਸਪਰੇਅ ਕਰਨ ਲਈ ਹੈਲੀਕਾਪਟਰ ਆਉਂਦੇ ਨੇ ਜਾਂ ਵੱਡੇ ਪ੍ਰੋਜੈਕਟਰ ਬਣ ਜਾਂਦੇ ਨੇ, ਫਾਇਦਾ ਇਹਦੇ 'ਚ ਆ। ਪਰ ਸਾਡੇ ਸਰਕਾਰਾਂ ਭ੍ਰਿਸ਼ਟ ਹੋਣ ਕਰਕੇ ਇੱਥੇ ਬਿਲਕੁਲ ਕਾਮਯਾਬ ਨਹੀਂ ਹੋਣਾ, ਇਹ ਫੇਲ ਹੋਊ ਕਿਉਂਕਿ ਥੱਲੇ ਤੋਂ ਤੰਤਰ ਇਹੀ ਚੱਲਿਆ ਹੋਇਆ। ਚਪੜਾਸੀ ਤੋਂ ਲੈ ਕੇ ਉੱਤੇ ਤੱਕ ਭ੍ਰਿਸ਼ਟ ਹੋਇਆ। ਤੁਸੀਂ ਸਾਰੇ ਹੀ ਜਾਣਦੇ ਹੋ ਜੀ, ਇਹਦੇ 'ਚ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ। ਕੰਟਰੈਕਟ ਵਾਲੀ ਖੇਤੀ ਹੈ, ਜਿਵੇਂ ਵੀ ਕੰਪਨੀਆਂ ਕਹਿੰਦੀਆਂ ਆਲੂ ਬੀਜ ਦਿਓ ਇਸ ਤਰ੍ਹਾਂ ਦਾ, ਇੰਨੇ ਕੁ ਸ਼ੂਗਰ ਵਾਲਾ ਜਾਂ ਇੰਨੇ ਕੁ ਸਟਾਰਚ ਵਾਲਾ ਆਲੂ ਬੀਜ ਦਿਓ, ਉਹ ਕੰਟਰੈਕਟ ਵਾਲੀ ਖੇਤੀ ਵੀ ਕਾਮਯਾਬ ਨਹੀਂ ਹੋਊਗੀ। ਜੇ ਸਰ ਉਹ ਕੰਟਰੈਕਟ ਦੇਣ, ਉਹ ਥੋੜੇ ਬੰਦੇ ਨੂੰ ਦੇਣਗੇ ਨਾ, ਸਾਰੇ ਕਿਸਾਨਾਂ ਨੂੰ ਥੋੜੀ ਦੇ ਦੇਣਗੇ ਉਹ ਪੰਜਾਬ ਨੂੰ, ਜੋ ਉਹਨਾਂ ਕੁ ਖਰੀਦਿਆ ਜਿੰਨੀ ਕੁ ਉਹਨਾਂ ਨੂੰ ਲੋੜ ਆ। ਫਿਰ ਉਹਦੇ ਜੋ ਜੇ ਉਹ ਜੀ ਮਤਲਬ ਦਾ ਨਹੀਂ ਨਿਕਲਦਾ ਉਹਨੂੰ ਉਹ ਵੀ ਨਹੀਂ ਲੈਂਦੇ, ਉਹ ਵੀ ਜਵਾਬ ਦੇ ਜਾਂਦੇ ਆ, ਇਹ ਛੋਟਾ ਨਿਕਲ ਗਿਆ, ਵੱਡਾ ਨਿਕਲ ਗਿਆ, ਤੁਸੀਂ ਉਹ ਨਹੀਂ ਕੀਤਾ, ਉਹ ਵੀ ਬਹਾਨਾ ਲਾਉਂਦੇ ਆ ਜੀ। ਜੱਟਾਂ ਦਾ ਆਲੂਆਂ ਦਾ ਹਾਂਜੀ, ਆਲੂਆਂ ਦਾ ਵੀ ਬੁਰਾ ਹਾਲ ਆ 5-7 ਸਾਲ ਚੋਂ। ਐਤਕੀ ਥੋੜਾ ਜਿਹਾ ਰੇਟ ਵਧੀਆ ਸੀ, ਐਤਕੀ ਉਹਦੇ ਨਾਲ ਚਲੋ ਠੀਕ ਰਿਹਾ ਜੱਟ। ਪਰ ਓਵਰਆਲ 4-5 ਸਾਲ ਦਾ ਮਤਲਬ ਇਹ ਹੈ ਕਿ ਟ੍ਰੈਂਡ ਤਾਂ ਠੀਕ ਨਹੀਂ ਹੈ ਨਾ। ਇੱਕ ਅੱਧੀ ਫਸਲ ਚੰਗੀ ਨਿਕਲ ਗਈ ਤਾਂ ਕੀ ਹੋਇਆ, ਜਿਹੜਾ ਮਗਰਲਾ ਘਾਟਾ ਸੀ ਉਹ ਤਾਂ ਪੂਰਾ ਨਹੀਂ ਹੋਇਆ। ਉਹ 5 ਸਾਲਾਂ ਵਾਲਾ ਹੋਣਾ ਹੀ ਨਹੀਂਗਾ ਜੀ, ਉਦੋਂ ਹੀ ਕਰਜ਼ਾ ਚੜ ਜਾਂਦਾ ਜੱਟ ਸਿਰ। ਪਿੱਛੇ ਜੇ ਮਾਨਸੇ ਦੇ ਜ਼ਿਮੀਂਦਾਰਾਂ ਨੇ ਸ਼ਿਮਲਾ ਮਿਰਚ ਐਂ ਸਿੱਟੀ ਸੜਕਾਂ ਤੇ ਆ ਕੇ, ਸਿੱਟੀ ਜੀ ਸਿੱਟੀ ਪੂਰੇ ਟਰਾਲੀਆਂ ਦੀਆਂ ਟਰਾਲੀਆਂ। ਆਲੂ ਵੀ ਸਿੱਟਦੇ ਰਹੇ ਆ ਜੀ ਪਹਿਲਾਂ, ਇਹ ਵੀ ਐਤਕੀ ਸ਼ਿਮਲਾ ਮਿਰਚ ਇਹ ਵੀ ਸਰ ਹੁਣ ਇਸ ਤਰ੍ਹਾਂ ਹੀ ਹੋਏਗਾ, ਲੋਕ ਗਡਾਊਨ ਬਣਾਉਣਗੇ, ਜਿਹੜਾ ਅਮੀਰ ਆ ਉਹ ਗਡਾਊਨ ਬਣਾ ਲੂਗਾ, ਉਹ ਕਣਕ ਜਾਂ ਝੋਨਾ ਜੋ ਵੀ ਸਟੋਰ ਕਰ ਲੂ, ਜਿਹਦੇ ਕੋਲੇ ਪਹੁੰਚ ਹੋਊਗੀ ਉਹ ਵੇਚਣ ਲਈ ਉਹਨੂੰ ਗੁਜਰਾਤ ਚਲੇ ਜਾਊ, ਟਰੱਕ ਲੈ ਲੂਗਾ, ਕਿਰਾਏ ਤੇ ਲੈ ਲੂਗਾ, ਉਹ ਤਾਂ ਲੈ ਜਾਊਗਾ। ਜਿਹੜਾ ਹੁਣ 2-4-5 ਕਿੱਲੇ ਵਾਲਾ ਉਹ ਕਿੱਥੋਂ ਇਹ ਸਿਸਟਮ ਕਰੂਗਾ, ਨਾ ਉਹਦੇ ਕੋਲ ਸਟੋਰ ਬਣੇ, ਨਾ ਉਹਦੇ ਕੋਲ ਟਰੱਕ। ਜਿਵੇਂ ਹੁਣ ਕਹਿੰਦੇ ਵੀ ਮੰਡੀਆਂ ਖੋਲਤੀਆਂ, ਤੁਸੀਂ ਚਾਹੇ ਹਰਿਆਣੇ 'ਚ ਵੇਚੋ, ਯੂਪੀ 'ਚ ਵੇਚੋ, ਜਿਹੜੀਆਂ 2 ਟਰਾਲੀਆਂ ਉਹ ਲੈ ਕੇ ਜਾਊਗਾ ਕਿੱਥੇ, ਯੂਪੀ ਕੌਣ ਜਾਊਗਾ? ਉਹੀ ਹੈ ਜੀ, ਉਹ ਜਾ ਹੀ ਨਹੀਂ ਸਕਦਾ, ਛੋਟਾ ਕਿਸਾਨ ਹੋਰ ਮਾਰਿਆ ਜਾਊਗਾ। ਇੱਥੇ ਵੇਚੂਗਾ ਜਿਹੜੇ ਭਾਅ ਮਰਜ਼ੀ ਵਿਕੇ ਉਹਦੀ। ਨਹੀਂ ਪਹੁੰਚ ਨਹੀਂ ਜੀ, ਕੀ ਮਾੜਾ ਕਰੂਗਾ? ਜਿਹਾ ਯੂਪੀ ਜਾ ਹੀ ਨਹੀਂ ਸਕਦਾ। ਜਿੰਨੀ ਉਹਦੀ ਕਣਕ ਹੋਣੀ ਆ, ਜਿੰਨੀ ਉਹਦੀ ਕਣਕ ਹੋਊਗੀ ਉਨਾ ਹੀ ਉਹਦਾ ਕਿਰਾਇਆ ਲੱਗ ਜਾਣਾ, ਉਹਨਾਂ ਕਿਰਾਇਆ ਲੱਗ ਜਾ। ਖਾਲੀ ਮੁੜ ਕੇ ਆਊ ਉੱਥੋਂ। ਬਿਲਕੁਲ ਸਹੀ ਗੱਲ ਹੈ। ਤੇ ਜੇ 2 ਰਾਤਾਂ ਵੱਧ ਕੱਟਣੀਆਂ ਪੈ ਗਈਆਂ, ਰੋਟੀ ਪਾਣੀ ਵੀ ਖਾਣਾ ਹੈ, ਖਰਚਾ ਉਹ ਆਪਦੇ ਪੱਲਿਓਂ ਖਾ ਕੇ ਆਊਗਾ। ਪੱਲਿਓਂ ਖਾ ਕੇ ਆਊਗਾ, ਭੁੱਖਾ ਤਾਂ ਹੁਣ ਰਹਿਣਾ ਨਹੀਂ ਰਹਿਣਾ ਨਹੀਂ ਹੈਗਾ। ਇੱਥੇ ਤਾਂ ਫਿਰ ਵੀ ਮੰਡੀ ਗਿਆ ਤਾਂ ਰੋਟੀ ਘਰੋਂ ਆ ਜਾਂਦੀ ਹੈ, ਆ ਵੀ ਜਾਂਦੀ ਹੈ ਰੋਟੀ, ਗੁਆਂਢੀ ਵੀ ਦੇ ਜਾਂਦਾ। ਜੇ ਪੈਗ ਲਾਉਣਾ ਮੈਂ ਕਹਿੰਦਾ ਜਮਾ ਹੀ ਹੱਥ ਲਾਵਾ, ਜੇ ਪੈਗ ਬੁੱਕ ਲਾਉਣਾ ਮੈਂ ਕਹਿੰਦਾ ਜਮਾ ਹੀ ਹੱਥ ਲਾਵਾ, ਦਾਰੂ ਬਹੁਤ ਮਹਿੰਗੀ ਆ। ਔਰ ਉਹ ਵੀ ਸੱਚ ਹੈ, ਉਹ ਆਪਾਂ ਇਨਕਾਰ ਨਹੀਂ ਕਰ ਸਕਦੇ ਗੱਲ ਤੋਂ, ਜਿਹੜੇ ਹੁਣ ਇਹ ਵੀ ਮਜ਼ਾਕ ਦੀ ਗੱਲ ਨਹੀਂ ਹੈ। ਜਿਹਨੇ ਲਾਉਣਾ ਉਹਨੇ ਸ਼ਾਮ ਨੂੰ। ਲਾਉਣਾ ਜੀ, ਹਾਂਜੀ, ਰੋਟੀ ਖਾ ਕੇ, ਰੋਟੀ ਤੋਂ ਪਹਿਲਾਂ ਪੈਗ ਲਾਉਣਾ, ਬਾਕੀ ਰੋਟੀ ਤੋਂ ਬਾਅਦ ਚ ਖਾਵਾਂਗੇ, ਪਹਿਲਾਂ ਪੈਗ ਚਾਹੀਦਾ। ਬਿਲਕੁਲ ਸਹੀ ਹੈ। ਜਿਹੜੇ ਹੁਣ ਅਸੀਂ ਪੀਣ ਵਾਲੇ ਆ, ਅਸੀਂ ਤਾਂ ਰਹਿ ਨਹੀਂ ਸਕਦੇ। ਬਿਲਕੁਲ ਸਹੀ ਹੈ। ਇਹ ਜਿੰਨੇ ਕਾਨੂੰਨ ਦੋ ਰਾਈ, ਇਹ ਹਾਸੇ ਦੀ ਗੱਲ ਨਹੀਂ, ਇਹ ਖਰਚਿਆਂ 'ਚ ਗਿਣਿਆ ਜਾਣਾ ਚਾਹੀਦਾ ਹੈ ਖਰਚਾ। ਕਈ ਬੰਦਿਆਂ ਦਾ ਅੰਕਲ ਸ਼ਾਮ ਨੂੰ 500 ਪੱਕਾ ਬੰਨਿਆ, ਵੀ ਜਿਹਨੇ ਲਾਉਣਾ ਹੈ ਉਹਨੇ ਲਾਉਣਾ ਹੀ ਹੈ ਜੀ। ਉਹ ਤਾਂ ਬੰਨਿਆ ਬਈ ਹੈ ਜੀ, ਇਹ 'ਚ ਕੀ ਰੌਲਾ ਹੈ? ਇਹਦਾ ਰੋਜ਼ ਸ਼ਰਾਬੀ ਹੋ ਜਾਂਦਾ। ਡੇਲੀ ਦਾ ਖਰਚੇ ਨੇ, ਲੋਕਾਂ ਦੇ ਰੁਕ ਨਹੀਂ ਸਕਦੇ, ਬਹੁਤ ਖਰਚੇ ਆ ਹੋਰ ਵੀ। ਹੋਰ ਬਹੁਤ ਖਰਚੇ। ਹਾਂ, ਜਿਹਦੇ ਕੋਈ ਗਿਣਤੀ 'ਚ ਨਹੀਂ ਆਉਂਦੇ, ਕਈ ਗੱਲਾਂ ਦੱਸਣ ਵਾਲੀਆਂ ਵੀ ਨਹੀਂ ਹੁੰਦੀਆਂ, ਬਿਲਕੁਲ ਸਹੀ ਹੈ। ਕਈ ਗੱਲਾਂ ਲੁਕਾਉਣ ਵਾਲੀਆਂ ਹੁੰਦੀਆਂ, ਇਹ 'ਚ ਕੀ ਗੱਲ ਹੈ? ਨਹੀਂ ਨਹੀਂ ਠੀਕ। ਸਾਫ ਸੁਥਰੀ ਗੱਲ, ਸਾਰੇ ਖਰਚੇ ਥੋੜਾ ਸਭ ਨੂੰ ਦੱਸੇ ਜਾਂਦੇ ਆ, ਕੋਈ ਖਰਚੇ ਪਰਸਨਲ ਵੀ ਹੁੰਦੇ ਆ। ਪਰਸਨਲ ਖਰਚੇ ਵੀ ਹੁੰਦੇ ਹੁੰਦੇ ਆ, ਪਰਸਨਲ ਖਰਚੇ ਹੁੰਦੇ, ਇਹ 'ਚ ਕੀ ਗੱਲ ਹੈ? ਚਲੋ ਇਹ ਵੀ ਜੀ, ਅਸੀਂ ਤੁਹਾਨੂੰ ਪੁੱਛਦੇ ਵੀ ਨਹੀਂ ਵੀ ਤੁਹਾਡਾ ਕੀ ਪਰਸਨਲ। ਨਾ ਪੁੱਛ ਕੇ ਤਾਂ ਮੈਨੂੰ ਕੀ ਕਰੋਗੇ? ਜਿਵੇਂ ਦੱਸ ਵੀ ਦਊਂਗਾ ਤਾਂ ਵੀ ਕੋਈ ਪੱਲੇ ਨਹੀਂ, ਮੈਨੂੰ ਕਿਹੜਾ ਕਿਸੇ ਨੇ ਦੇਣੇ ਆ। ਬਾਵਜੂਦ ਤੋਂ ਬਿਨਾਂ ਵੀ ਜਾਣੇ ਦੀ ਹਾਂ, ਬਹੁਤ ਖਰਚੇ, ਬਹੁਤ ਖਰਚੇ। ਬੁਰਾ ਹਾਲ ਆ ਜੀ, ਮਰਦਾ ਹੀ ਮਰਦਾ। ਅੱਜ ਅਸੀਂ ਜੱਟ 4 ਚਪੇਰੇ ਬਿਲਕੁਲ ਬਰਬਾਦ ਕਰਤਾ, ਅੱਜ ਇਹ ਬਿਲਕੁਲ ਪਾਸ ਕਰਤਾ। ਰਾਸ਼ਟਰਪਤੀ ਰਹਿੰਦਾ ਅਬਲਾ ਉਹਨਾਂ ਦਾ ਹੀ ਬੰਦਾ ਹੋ ਜਾਣਾ, ਜੱਟ ਬਿਲਕੁਲ ਖਤਮ ਹੀ ਹੋ ਜੂ। ਰਾਸ਼ਟਰਪਤੀ ਦੀ ਗੱਲ ਕਰਦੇ ਆ ਸਰ, ਉਹ ਤਾਂ ਜਦੋਂ ਮੋਦੀ ਸਾਹਿਬ ਖੜੇ ਹੁੰਦੇ ਉਹਨਾਂ ਦੇ ਤਾਂ ਪੈਰੀਂ ਹੱਥ ਲਾ ਦਿੰਦੇ। ਉਹ ਰਾਸ਼ਟਰਪਤੀ ਤੋਂ ਕੀ ਆਸ ਕਰਾਂਗੇ ਅਸੀਂ, ਕਿਉਂਕਿ ਉਹਨਾਂ ਦਾ ਬੰਦਾ। ਜਿਵੇਂ ਤੁਸੀਂ ਅੱਜ ਇਹ ਹੱਸਦੇ ਦੇਖਦੇ ਹੋ, ਅਸੀਂ ਅੱਜ ਵੀ ਕਰਜ਼ਈ ਹੁੰਦੇ ਵੀ ਖੁਸ਼ਹਾਲ ਸਮਝਦੇ ਆ। ਇਸ ਤੋਂ ਬਾਅਦ ਉਜਾੜਾ ਦਿਖਾਈ ਦੇ ਰਿਹਾ, ਸਾਨੂੰ ਹਨੇਰਾ ਹੀ ਦਿਖਾਈ ਦੇ ਰਿਹਾ। ਤੁਹਾਡਾ ਸਰ ਅਸੀਂ ਡੇਲੀ ਪੋਸਟ ਦਾ ਵੀ, ਹੋਰ ਵੀ ਟੀਵੀ ਚੈਨਲਾਂ ਵਾਲਿਆਂ ਨੂੰ ਕਹਿਣਾ ਚਾਹੁੰਦੇ ਹੋ, ਕਿਸਾਨਾਂ ਦਾ ਵੱਧ ਤੋਂ ਵੱਧ ਸਾਥ ਦਿਓ, ਸਹਿਯੋਗ ਦਿਓ, ਠੀਕ ਹੈ? ਇਹੀ ਅਸੀਂ ਤਾਂ। ਇਹ ਵੀ ਇੱਕ ਜ਼ਰੂਰੀ ਹੈ ਕਿ ਜਿਵੇਂ ਹੁਣ ਅੰਕਲ ਨੇ ਤੁਹਾਡੇ ਹੱਕ 'ਚ ਆਵਾਜ਼ ਚੁੱਕੀ, ਤੁਸੀਂ ਮੇਰੇ ਖਿਆਲ ਤੁਹਾਡੀ ਜ਼ਮੀਨ ਹੈ ਨਹੀਂ ਜੀ। ਕੋਈ ਕੱਖ ਨਹੀਂ ਜੀ ਮੇਰੇ ਕੋਲ, ਮੈਂ ਬੈਠਾ ਐਂ ਹੀ ਆ ਇਕੱਲਾ ਹੀ। ਹਾਂ, ਪਰ ਇਹ ਇੰਪੋਰਟੈਂਟ ਹੈ ਕਿ ਜਿਹਦੇ ਕੋਲ ਨਹੀਂ ਵੀ ਜ਼ਮੀਨ, ਉਹ ਵੀ ਆਵਾਜ਼ ਚੁੱਕੇ, ਉਹ ਵੀ ਜ਼ਿਮੀਂਦਾਰ ਦੇ ਨਾਲ ਖੜੇ। ਅੱਜ ਬਹੁਤ ਲੋੜ ਹੈ, ਹਰੇਕ ਬੰਦੇ ਦਾ ਰੁਜ਼ਗਾਰ ਜੱਟ ਦੇ ਸਿਰ ਤੇ, ਜ਼ਿਮੀਂਦਾਰ ਦੇ ਸਿਰ ਤੇ ਹੀ ਹੈ। ਅੱਜ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਸਾਰੇ ਹੀ ਸਾਥ ਦੇ ਰਹੇ ਨੇ, ਲੱਗਦਾ ਹੋਰ ਅੱਗੇ ਜ਼ਿਆਦਾ ਸਾਥ ਦੇਣਗੇ। ਸਾਰੇ ਦੁਕਾਨਦਾਰ, ਸਾਰੇ ਬਿਜ਼ਨਸਮੈਨ, ਹੋਰ ਸਾਰੀਆਂ ਪਾਰਟੀਆਂ ਲਗਭਗ ਹੁਣ ਸਾਥ ਦੇ ਰਹੀਆਂ ਨੇ। ਜੇ ਇਹੋ ਜਿਹਾ ਸਾਥ ਸਾਨੂੰ ਮਿਲਦਾ ਰਹੂਗਾ, ਬਹੁਤ ਛੇਤੀ ਅਸੀਂ ਇਹ ਕਾਨੂੰਨ ਨੂੰ ਤੋੜ ਦਾਂਗੇ। ਤੁਸੀਂ ਦਿਓਗੇ ਜੀ 25 ਨੂੰ ਜਾਓਗੇ ਤਾਂ? ਫਾ ਲੈਣ ਨੂੰ ਤਿਆਰ ਹਾਂ, ਬੋਲ, ਮੈਂ ਨਾਲ ਜਾਣ ਨੂੰ ਤਿਆਰ ਹਾਂ ਇਹਨਾਂ ਦੇ। ਮੈਂ ਬਹੁਤ ਦੁਖੀ।
ਬਹੁਤ ਵਧੀਆ ਗੱਲ ਹੈ ਅੰਕਲ। ਸੋ ਇਹ ਬਹੁਤ ਲਾਜ਼ਮੀ ਹੈ, ਸਮਝਿਆ ਜਾਵੇ ਇਸ ਚੀਜ਼ ਨੂੰ। ਵਪਾਰ ਬੰਦ ਰੱਖੇ ਜਾਣ ਤੁਸੀਂ ਕਹਿੰਦੇ ਹੋ, ਲੋਕ ਸਾਥ ਦੇਣ, ਵਪਾਰ ਬੰਦ ਕਰਨ ਉਹਦੇ। ਸਰ ਮੈਂ ਖੁਦ ਦੁਕਾਨਦਾਰ ਵੀ ਹਾਂ, ਨਾਲ ਛੋਟਾ ਕਿਸਾਨ ਵੀ ਹਾਂ। ਅਸੀਂ ਸਾਰੀ ਮਾਰਕੀਟ ਨੇ ਅੱਜ ਹੀ ਸਲਾਹ ਕਰ ਚੁੱਕੇ ਹਾਂ ਅਸੀਂ ਵੀ ਅਸੀਂ 25 ਨੂੰ ਬੰਦ ਰੱਖਾਂਗੇ, ਚਾਹੇ ਕੋਈ ਬੰਦ ਕਰਾਉਣ ਆਵੇ ਨਾ ਆਏ। ਸਾਡੀ ਪੂਰੀ ਮਾਰਕੀਟ ਆ ਜੀ, ਉੱਥੇ 15 ਵੀ ਦੁਕਾਨਾਂ। ਅਸੀਂ ਰਾਂਚੀ ਕਲੋਨੀ ਦੇ ਵਿੱਚ ਦੁਕਾਨ ਆ ਜੀ। ਹਾਂਜੀ, ਤੇ ਅਸੀਂ ਬਹੁਤ ਲਾਜ਼ਮੀ ਹੈ, ਬੰਦ ਕਰਾਂਗੇ ਜੀ, ਅਸੀਂ ਸਾਰੇ ਬੰਦ ਕਰਾਂਗੇ। ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਗੱਲਬਾਤ ਕਰਨ ਦਾ। ਔਰ ਬਹੁਤ ਜ਼ਰੂਰੀ ਹੈ ਕਿ ਗਰਾਊਂਡ ਤੋਂ ਚੀਜ਼ਾਂ ਨੂੰ ਸਮਝਿਆ ਜਾਵੇ, ਸੱਥਾਂ 'ਚ ਆ ਕੇ ਪੁੱਛਿਆ ਜਾਵੇ ਕਿ ਕਿਸਾਨ ਕੀ ਸੋਚ ਰਿਹਾ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਥੇ ਕਿਸੇ ਨੇ ਵੀ ਕਿਸੇ ਪਾਰਟੀ ਦੀ ਗੱਲ ਨਹੀਂ ਕੀਤੀ, ਨਾ ਭਾਜਪਾ ਦੀ, ਨਾ ਅਕਾਲੀ ਦਲ ਦੀ, ਨਾ ਕਾਂਗਰਸ ਦੀ, ਨਾ ਮਾੜਾ ਕਿਹਾ ਨਾ ਚੰਗਾ ਕਿਹਾ। ਸਿਰਫ ਕਾਨੂੰਨ ਦੇ ਬਾਰੇ ਗੱਲ ਹੋਈ ਹੈ ਔਰ ਕਿਸਾਨ ਦੇ ਹਾਲਾਤ ਬਾਰੇ ਗੱਲ ਹੋਈ ਹੈ ਕਿ ਹਾਲਾਤ ਕਿਵੇਂ ਮਾੜੇ ਹੁੰਦੇ ਜਾ ਰਹੇ ਔਰ ਇਸ ਤੋਂ ਬਾਅਦ ਇਹਨਾਂ ਨੂੰ ਖਦਸ਼ਾ ਹੈ ਕਿ ਕਿਸਾਨ ਜਿਹੜਾ ਉਹ ਬਿਲਕੁਲ ਖਤਮ ਹੋ ਜਾਊਗਾ ਇਸ ਤੋਂ ਬਾਅਦ। ਜਿਵੇਂ ਅੰਕਲ ਕਹਿ ਰਹੇ ਨੇ ਕਿ ਸਾਰਾ ਕੁਝ ਤਾਂ ਪ੍ਰਾਈਵੇਟ ਕਰਤਾ, ਵੇਚਤਾ, ਹੁਣ ਜੱਟ ਰਹਿ ਗਿਆ ਸੀਗਾ, ਜ਼ਿਮੀਂਦਾਰ ਰਹਿ ਗਿਆ ਸੀ, ਉਹ ਵੀ ਵੇਚਤਾ। ਇਹੀ ਗੱਲ ਹੈ ਜੀ, ਜੱਟ ਵੇਚਤਾ ਹੀ ਵੇਚਤਾ। ਬਿਲਕੁਲ ਸਹੀ ਗੱਲ ਹੈ। ਵਿਕ ਗਿਆ ਜੱਟ। ਜੱਟ ਤੋਂ ਪਹਿਲੇ ਕੱਖ ਵੀ ਨਹੀਂ। ਮੈਂ ਇੰਨਾ ਕੁਝ ਤਾਂ ਕਹਿ ਕੇ ਹਟਿਆ। ਜੇ ਕਿਸੇ ਜੱਟ ਕੋਲ 3 ਕਿੱਲੇ ਜ਼ਮੀਨ ਹੈ, ਮੈਨੂੰ ਦੱਸੋ ਉਹਦਾ ਮੁੰਡਾ ਵਿਆਹ ਗਿਆ? ਮੈਨੂੰ ਜਵਾਬ ਦਿਓ ਇਸ ਗੱਲ ਦਾ। ਬਿਲਕੁਲ ਸਹੀ ਗੱਲ ਹੈ। ਦਿਖਾਓ ਵਿਆਹ ਵਿਆਹ ਗਿਆ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਇਹਦੇ ਖਿਲਾਫ ਜਿਹੜੀ ਆਵਾਜ਼ ਉੱਠ ਰਹੀ ਹੈ ਉਸ ਦੇ ਵਿੱਚ ਹਰੇਕ ਦਾ ਓਪੀਨੀਅਨ ਜਾਣਨਾ ਕਿ ਓਪੀਨੀਅਨ ਕੀ ਹੈ। ਸੋ ਪਿੰਡਾਂ ਤੋਂ ਤੁਹਾਡੇ ਤੱਕ ਆਵਾਂਗੇ ਲੈ ਕੇ ਓਪੀਨੀਅਨ ਕਿ ਕੀ ਕਿਹਾ ਜਾ ਰਿਹਾ, ਸੱਥਾਂ 'ਚ ਇਸ ਬਾਰੇ ਕੀ ਚਰਚਾ ਹੈ, ਜ਼ਿਮੀਂਦਾਰ ਸੋਚਦਾ ਕੀ ਪਿਆ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਥਰੀਕੇ, ਲੁਧਿਆਣਾ।